हेलो स्टूडेंट्स। आज आप थर्ड चैप्टर पढ़ रहे हैं बेटा। इन द फ्लड। इन द फ्लड रिटन बाय थकाजी शिवशंकरा पिल्लई। ਤਾਂ ਜਿਵੇਂ ਨੇਮ ਤੋਂ ਹੀ ਕਲੀਅਰ ਹੈ ਬੇਟਾ, ਸਾਊਥ ਇੰਡੀਅਨ ਆਪਾਂ ਇਹ ਕਹੀਏ ਕਿ ਇਹ ਸਟੋਰੀ ਹੈਗੀ ਤਾਂ ਸਾਊਥ ਇੰਡੀਅਨ ਹੀ ਇਹਦੇ ਵਿੱਚ ਕਰੈਕਟਰਸ ਨੇਗੇ, ਨੇਮਸ ਉਦਾਂ ਦੇ ਹੋਣਗੇ। देयर वर हैवी रेन्स। ਤਾਂ ਹੁਣ ਫਲੱਡ ਦਾ ਮਤਲਬ ਹੀ ਇਹ ਹੁੰਦਾ ਹੈਗਾ ਬੇਟੇ, ਜਦੋਂ ਬਹੁਤ ਭਾਰੀ ਬਾਰਿਸ਼ਾਂ ਆਉਂਦੀਆਂ ਨੇ ਤਾਂ ਹੜ੍ਹ ਆ ਜਾਂਦੇ ਨੇਗੇ। देयर वर हैवी रेन्स द विलेज was flooded। ਪਿੰਡ ਦੇ ਵਿੱਚ ਹੜ੍ਹ ਆਇਆ ਹੋਇਆ ਸੀ। ਛੇਨਾ ਪ੍ਰਇਆ left the village along with his family। ਤਾਂ ਛੇਨਾ ਪ੍ਰਇਆ ਉਹ ਆਪਣੇ ਪਿੰਡ ਨੂੰ ਛੱਡ ਕੇ ਆਪਣੇ ਪਰਿਵਾਰ ਦੇ ਨਾਲ ਪਿੰਡ ਛੱਡ ਕੇ ਚਲਾ ਜਾਂਦਾ ਹੈ। his dog was left behind। ਪਿੱਛੇ ਉਹਦਾ ਡੌਗ ਰਹਿ ਜਾਂਦਾ ਹੈ। was the dog safe? ਕਿ ਡੌਗ ਸੇਫ ਸੀ? what happened to him? the story is all about ਬੇਟੇ ਕਿ ਉਹ ਪਰਿਵਾਰ ਜਿਹੜਾ ਹੈ ਛੇਨਾ ਪ੍ਰਇਆ ਦਾ ਉਹ ਛੱਡ ਕੇ ਚਲੇ ਗਏ ਨੇਗੇ, ਠੀਕ ਹੈ, ਕਿਉਂਕਿ ਪਿੰਡ ਦੇ ਵਿੱਚ ਹੜ੍ਹ ਆ ਗਏ ਹੈਗਾ, ਕਿਸੇ ਪਾਸੇ ਹਰ ਪਾਸੇ ਪਾਣੀ ਹੀ ਪਾਣੀ ਹੈਗਾ ਤਾਂ ਜਿਹੜਾ ਡੌਗ ਹੈਗਾ ਬੇਟੀ ਉਹ ਹੱਟ ਦੇ ਵਿੱਚ ਰਹਿ ਜਾਂਦਾ, ਝੌਂਪੜੀ ਦੇ ਵਿੱਚ ਰਹਿ ਜਾਂਦਾ। ਬਾਅਦ ਦੇ ਵਿੱਚ ਉਹਦੇ ਨਾਲ ਕੀ ਹੁੰਦਾ ਹੈਗਾ। the story is all about the dog। So let us read the story. In the flood, the temple was the highest point in the village, but it was neck deep in water, water everywhere। ਤਾਂ ਜਿਹੜਾ ਟੈਂਪਲ ਸੀਗਾ ਪਿੰਡ ਦੇ ਵਿੱਚ ਸਭ ਤੋਂ ਉੱਚੀ ਜਗ੍ਹਾ ਤੇ ਬਣਿਆ ਹੋਇਆ ਸੀਗਾ, ਸਭ ਤੋਂ ਉੱਚਾ ਟੈਂਪਲ ਸੀਗਾ, ਪਰ ਪਾਣੀ ਇੰਨਾ ਕੁ ਆ ਚੁੱਕਾ ਸੀਗਾ ਕਿ ਟੈਂਪਲ ਵੀ ਅੱਧੇ ਤੋਂ ਵੱਧ ਨੈਕ ਡੀਪ ਬੇਟੇ, ਜਿਵੇਂ ਆਪਾਂ ਕਹੀਏ ਕਿ ਆਪਣੀ ਨੈਕ ਤੱਕ ਪਾਣੀ ਆ ਜਾਵੇ, ਠੀਕ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਅਰਾਊਂਡ ਮੋਰ ਦੈਨ 75% ਆਪਾਂ ਪਾਣੀ ਦੇ ਵਿੱਚ ਹੋਈਏ, ਠੀਕ ਹੈ। ਤਾਂ ਉਸੇ ਤਰੀਕੇ ਨਾਲ ਮੰਦਿਰ ਵੀ ਅੱਧੇ ਤੋਂ ਵੱਧ ਪਾਣੀ ਦੇ ਵਿੱਚ ਡੁੱਬਿਆ ਹੋਇਆ ਸੀਗਾ। ਵਾਟਰ ਐਵਰੀਵੇਅਰ, ਚਾਰੇ ਪਾਸੇ ਪਾਣੀ ਪਾਣੀ ਸੀ। The villagers had all left for dry land। ਪਿੰਡ ਵਾਲੇ ਸਾਰੇ ਪਿੰਡ ਨੂੰ ਛੱਡ ਕੇ, ਇਸ ਪਾਣੀ ਵਾਲੀ ਜਗ੍ਹਾ ਨੂੰ ਛੱਡ ਕੇ ਸੁੱਕੀ ਜਗ੍ਹਾ ਤੇ ਚਲੇ ਗਏ ਸੀ। There were 67 children huddled up in one room in the attic of the temple। ਟੈਂਪਲ ਦੀ ਐਟਿਕ ਦੇ ਵਿੱਚ, ਐਟਿਕ ਬੇਟੇ ਆਪਾਂ ਕਹਿੰਦੇ ਆਂਗੇ ਜਿਵੇਂ ਆਪਾਂ ਪੜਛੱਤੀ ਕਹਿ ਦਿੰਦੇ ਆ ਨਾ ਘਰਾਂ ਦੇ ਵਿੱਚ, ਠੀਕ ਹੈ, ਛੋਟਾ ਜੀ ਪੜਛੱਤੀ ਬਣੀ ਹੋਈ ਹੈ ਨਾ, ਆਪਾਂ ਇੱਕ ਛੱਤ ਦੇ ਨਾਲ ਬਣਿਆ ਹੋਇਆ ਇੱਕ ਛੋਟਾ ਜਿਹਾ ਰੂਮ। ਤਾਂ ਉਹਦੇ ਵਿੱਚ ਇੱਕ ਕਮਰੇ ਦੇ ਵਿੱਚ 67 ਬੱਚੇ ਜਿਹੜੇ ਸੀਗੇ ਉਹ ਇਕੱਠੇ ਹੋਏ ਬੈਠੇ ਸੀ। There were also 367 men and women as well as dogs, goats, fowls, all living together, no quarrels। ਤਾਂ ਕਿਉਂਕਿ ਟੈਂਪਲ ਹੀ ਪਿੰਡ ਦੇ ਵਿੱਚ ਸਭ ਤੋਂ ਉੱਚੀ ਜਗ੍ਹਾ ਸੀ, ਇਸ ਲਈ ਜਦੋਂ ਹੜ੍ਹ ਆਇਆ ਤਾਂ ਪਿੰਡ ਦੇ ਸਾਰੇ ਲੋਕ ਜਿਹੜੇ ਸੀਗੇ ਬੇਟੇ ਉਹ ਇਕੱਠੇ ਹੋ ਕੇ ਇਸ ਟੈਂਪਲ ਦੇ ਵਿੱਚ ਉਹਨਾਂ ਨੇ ਸ਼ਰਨ ਲਈ, ਜਿਹਦੇ ਵਿੱਚ 367 ਮੈਨ ਐਂਡ ਵਿਮਨ ਨੇ, ਉਹਨਾਂ ਦੇ ਨਾਲ ਡੌਗਸ ਵੀ ਨੇ, ਗੋਟਸ ਵੀ ਨੇ, ਫਾਊਲਸ ਵੀ ਨੇ, ਸਾਰੇ ਇਕੱਠੇ ਰਹਿ ਰਹੇ ਨੇ। ਨੋ ਕੁਅਰਲਸ, ਕੋਈ ਝਗੜਾ ਨਹੀਂ, ਕੋਈ ਲੜਾਈ ਨਹੀਂ। For 2 nights and a day, Chennaperaya had been braving the flood alone। 2 ਰਾਤਾਂ 1 ਦਿਨ Chennaperaya ਹੜ੍ਹ ਨੂੰ ਆਪਣੇ ਤਰੀਕੇ ਦੇ ਨਾਲ ਉਹਦਾ ਸਾਹਮਣਾ ਕਰਦਾ ਰਿਹਾ। ਬਰੇਵਿੰਗ ਹੁੰਦਾ ਬੇਟੀ ਬਹਾਦਰੀ ਦੇ ਨਾਲ ਕਿਸੇ ਚੀਜ਼ ਦਾ ਸਾਹਮਣਾ ਕਰਨਾ। He had no boat, ਉਹਦੇ ਕੋਲ ਕੋਈ ਵੀ ਕਿਸ਼ਤੀ ਨਹੀਂ ਸੀ। It was now 3 days since his landlord left। ਉਹਦਾ ਜਿਹੜਾ ਮਕਾਨ ਮਾਲਿਕ ਸੀ, ਲੈਂਡਲॉर्ड ਸੀ, ਉਹ ਵੀ 3 ਦਿਨ ਪਹਿਲਾਂ ਇਥੋਂ ਪਿੰਡ ਛੱਡ ਕੇ ਜਾ ਚੁੱਕਿਆ ਸੀ। Chennaperaya had made a raised platform in the hut with coconut husks and poles। Chennaperaya ਨੇ ਆਪਣੀ ਝੌਂਪੜੀ ਦੇ ਵਿੱਚ ਹੀ ਇੱਕ ਉੱਚੀ ਜਗ੍ਹਾ ਬਣਾ ਰੱਖੀ ਸੀ, ਠੀਕ ਹੈ, ਨੀਚੇ ਸਾਰੇ ਕਿਤੇ ਪਾਣੀ ਫਿਰ ਰਿਹਾ ਸੀ, ਇੱਕ ਉੱਚੀ ਜਗ੍ਹਾ ਉਹਨੇ ਬਣਾ ਰੱਖੀ ਸੀਗੀ। ਕਾਹਦੇ ਨਾਲ ਬੇਟੇ? ਪੋਲਸ ਦੇ ਨਾਲ, ਠੀਕ ਹੈ। ਤਾਂ ਕਿਸੇ ਤਰੀਕੇ ਨਾਲ ਉਹਨੇ ਪੋਲਸ ਨੂੰ ਜ਼ਮੀਨ ਦੇ ਵਿੱਚ ਗੱਡ ਕੇ ਉਹਦੇ ਉੱਪਰ ਕੋਕੋਨਟ ਹਸਕਸ ਦੇ ਨਾਲ, ਤਾਂ ਆਪਾਂ ਇਹ ਕਹੀਏ ਕਿ ਕਿਉਂਕਿ ਇਹ ਆਪਾਂ ਸਾਊਥ ਇੰਡੀਆ ਦੀ ਗੱਲ ਕਰ ਰਹੇ ਹਾਂ, ਉੱਥੇ ਮੇਨ ਟਰੀ ਹੀ ਕੋਕੋਨਟ ਹੁੰਦਾ ਹੈਗਾ, ਤਾਂ ਕੋਕੋਨਟ ਦੇ ਜਿਹੜੇ ਪੱਤੇ ਹੈਗੇ ਨੇ ਜਾਂ ਉਹਦੀ ਸੁੱਕੀ ਹੋਈ ਜਿਹੜੀ ਰੱਸੀਆਂ ਨੇਗੀਆਂ, ਉਹਦੇ ਨਾਲ ਉਹਨੇ ਇੱਕ raised platform ਬਣਾ ਰੱਖਿਆ ਸੀ। He stayed inside the hut for 2 days hoping that the water would recede। 2 ਦਿਨ ਤਾਂ ਉਹ ਝੌਂਪੜੀ ਦੇ ਅੰਦਰ ਰਿਹਾ, ਉਹਨੂੰ ਇਹੀ ਉਮੀਦ ਸੀ ਕਿ ਕੋਈ ਗੱਲ ਨਹੀਂ, ਪਾਣੀ ਹੌਲੀ ਹੌਲੀ ਘਟ ਜਾਏਗਾ। ਰਿਸੀਡ ਹੁੰਦਾ ਬੇਟੇ ਪਾਣੀ ਦਾ ਪਿੱਛੇ ਮੁੜ ਜਾਣਾ, ਪਾਣੀ ਹੌਲੀ ਹੌਲੀ ਘਟ ਜਾਏਗਾ। How could he leave the place so soon? ਏਦਾਂ ਉਹ ਆਪਣਾ ਘਰ ਕਿੱਦਾਂ ਛੱਡ ਕੇ ਚਲਾ ਜਾਵੇ। In the plot there were a few trees of banana and a haystack। ਤਾਂ ਉਹਦਾ ਜਿੱਥੇ ਘਰ ਸੀਗਾ, ਪਲਾਟ ਸੀਗਾ, ਉਹਦੇ ਵਿੱਚ ਕੁਝ ਬਨਾਨਾ ਟਰੀਜ਼ ਸੀਗੇ, ਠੀਕ ਹੈ। ਇੱਕ ਘਾਹ ਦਾ ਵੱਡਾ ਹੇਸਟੈਕ ਸੀ, ਜਿਹਨੂੰ ਆਪਾਂ ਕਹਿ ਦਿੰਦੇ ਬੇਟੇ ਜਿਵੇਂ ਆਪਣੇ ਤੂੜੀ ਵਾਲਾ ਕੁੱਪ ਕਹਿੰਦੇ ਹਾਂ ਆਪਾਂ, ਉੱਦਾਂ ਹੀ ਘਾਹ ਦਾ ਲਾਇਆ ਹੋਇਆ ਉੱਚਾ ਇੱਕ ਆਪਾਂ ਕਹੀ ਕੁੱਪ ਦੀ ਤਰ੍ਹਾਂ। ਐਂਡ ਲਿਵਿੰਗ ਦਾ ਪਲੇਸ ਵੁੱਡ ਸਰਟਨਲੀ ਮੀਨ ਲਿਵਿੰਗ them at the mercy of thieves। ਤੇ ਜੇ ਆਪਣਾ ਉਹ ਹੇਸਟੈਕ
हेस्टैग मतलब कि बेटे पशुओं का चारा जिहड़ा है सारा जे ਉਹ ਉਹਨੂੰ ਛੱਡ ਕੇ ਜਾਂਦਾ ਹੈਗਾ ਤਾਂ ਇਹਦਾ ਮਤਲਬ ਤਾਂ ਇਹ ਹੈਗਾ ਕਿ ਚੋਰਾਂ ਦੇ ਲਈ ਸਭ ਕੁਝ ਖੁੱਲਾ ਛੱਡ ਜਾਏਗਾ, ਉਹ ਆਪਣਾ ਘਰ ਛੱਡ ਕੇ ਨਹੀਂ ਜਾਣਾ ਚਾਹੁੰਦਾ। Now the water had risen above the platform, ਪਰ ਹੁਣ ਕੀ ਕਰੇ, ਪਾਣੀ ਤੇ ਵੱਧਦਾ ਹੀ ਜਾ ਰਿਹਾ ਸੀਗਾ ਔਰ ਪਾਣੀ ਜਿਹੜੀ ਉਹਨੇ ਜਗ੍ਹਾ ਬਣਾਈ ਹੋਈ ਸੀਗੀ ਉੱਚੀ ਉੱਥੇ ਤੱਕ ਪਹੁੰਚ ਗਿਆ। It had sunk a part of the hut too, ਝੌਂਪੜੀ ਦਾ ਇੱਕ ਹਿੱਸਾ ਵੀ ਡੁੱਬ ਚੁੱਕਾ ਸੀ। Chenna called out from inside, but who was there to listen to him? ਛੇਨਾ ਅੰਦਰੋਂ ਹੀ ਆਵਾਜ਼ਾਂ ਮਾਰ ਰਿਹਾ ਸੀ ਹੈਲਪ ਦੇ ਲਈ ਕਿਸੇ ਨੂੰ, ਪਰ ਕੌਣ ਸੀ ਉੱਥੇ ਜਿਹੜਾ ਉਹਦੀ ਗੱਲ ਸੁਣਦਾ? His woman, who was pregnant, 4 kids and a cat and a dog were the only ones left there. ਛੇਨਾ ਸੀ, ਉਹਦੀ ਵਾਈਫ ਸੀ, ਪ੍ਰੈਗਨੈਂਟ ਸੀ ਉਸ ਟਾਈਮ, ਤੇ 4 ਉਹਦੇ ਬੱਚੇ, ਇੱਕ ਬਿੱਲੀ, ਇੱਕ ਕੁੱਤਾ, ਬਸ ਇਹ ਸੀ ਜੋ ਉਹਦੇ ਕੋਲ ਸੀ, ਆਲੇ ਦੁਆਲੇ ਕੋਈ ਵੀ ਨਹੀਂ ਸੀ। And he knew his and their end was near, as it would not take longer than a few hours for the whole hut to be submerged in water. ਤੇ ਉਹਨੂੰ ਪਤਾ ਸੀ ਕਿ ਸਾਡਾ ਵੀ ਅੰਤ ਸਾਰਿਆਂ ਦਾ ਨੇੜੇ ਹੀ ਹੈਗਾ, ਕਿਉਂਕਿ ਬਹੁਤਾ ਟਾਈਮ ਨਹੀਂ ਲੱਗੇਗਾ। ਜਿਸ ਹਿਸਾਬ ਨਾਲ ਪਾਣੀ ਵੱਧ ਰਿਹਾ ਸੀਗਾ, ਪੂਰੀ ਝੌਂਪੜੀ ਜਿਹੜੀ ਹੈਗੀ ਆ ਪਾਣੀ ਦੇ ਅੰਦਰ ਸਮਾ ਜਾਏਗੀ। ਸਬਮਰਜ ਹੁੰਦਾ ਹੈਗਾ ਬੇਟੇ ਪਾਣੀ ਦੇ ਨੀਚੇ ਕਿਸੇ ਚੀਜ਼ ਦਾ ਚਲੇ ਜਾਣਾ, ਯਾਨੀ ਕਿ ਪਾਣੀ ਉੱਪਰੋਂ ਦੀ ਹੋ ਜਾਏਗਾ ਤੇ ਇਹ ਉਹਦੇ ਅੰਦਰ ਸਮਾ ਜਾਏਗੀ। It had been raining heavily and continuously for 3 days, 3 ਦਿਨਾਂ ਤੋਂ continuously ਤੇਜ਼ ਬਾਰਿਸ਼ ਹੋ ਰਹੀ ਸੀ। Chenna came out of the hut by breaking open one row of the thatched roof and looked around. Chenna अपनी झोंपड़ी ਦੇ ਵਿੱਚੋਂ ਬਾਹਰ ਆਇਆ। ਕਿੱਥੋਂ ਦੀ ਬਾਹਰ ਆਇਆ ਬੇਟੇ? thatched roof, ਛੱਤ ਨੂੰ ਤੋੜ ਕੇ, ਛੱਤ ਦੀ ਇੱਕ ਜਿਹੜੀ ਸੀ ਰੋ। ਹੁਣ ਇਹ thatched roof ਦਾ ਮਤਲਬ ਕੀ ਹੈਗਾ ਬੇਟੇ? ਕੱਖਾਂ ਕਾਨਿਆਂ ਦੀ ਬਣੀ ਹੋਈ। ਜਦੋਂ ਆਪਾਂ ਝੋਂਪੜੀ ਕਹਿੰਦੇ ਆਂਗੇ, ਝੋਂਪੜੀ ਮੀਨਸ ਕੱਖਾਂ ਕਾਨਿਆਂ ਦੀ ਬਣੀ ਹੋਈ ਛੱਤ। And looked around, ਤੇ ਉਹਨੇ ਆਲੇ ਦੁਆਲੇ ਦੇਖਿਆ। At some distance there was a catamaran, ਤਾਂ ਥੋੜੀ ਦੂਰੀ ਦੇ ਉੱਪਰ ਇੱਕ ਉਹਨੂੰ ਬੋਟ ਦਿਖਾਈ ਦਿੱਤੀ। ਕੈਟਾਮੈਰਨ ਹੁੰਦੀ ਹੈਗੀ ਬੇਟੇ ਬੜੀ ਤੇਜ਼ ਚੱਲਣ ਵਾਲੀ ਕਿਸ਼ਤੀ। Chenna cried aloud to the boatman, ਉੱਚੀ ਆਵਾਜ਼ ਦੇ ਵਿੱਚ ਛੇਨਾ ਨੇ ਬੁਲਾਇਆ ਬੋਟ ਨੂੰ ਹੈਲਪ ਦੇ ਲਈ। Luckily they heard him, ਚੰਗੀ ਕਿਸਮਤ ਸੀ ਛੇਨਾ ਦੀ ਕਿ ਬੋਟਮੈਨ ਨੇ ਉਹਦੀ ਗੱਲ ਸੁਣ ਲਈ, ਉਹਦਾ ਧਿਆਨ ਗਿਆ ਉਧਰ, came to help, ਉਹਦੀ ਹੈਲਪ ਕਰਨ ਲਈ ਆ ਗਿਆ। He quickly pulled out his woman and kids as well as the cat and the dog through the crack of the wall. ਤੇ ਜਿਵੇਂ ਉਹਨੇ ਛੱਤ ਨੂੰ ਤੋੜ ਕੇ ਰਸਤਾ ਬਣਾਇਆ ਸੀਗਾ, ਫਟਾਫਟ ਉਹਨੇ ਆਪਣੀ ਵਾਈਫ ਨੂੰ, ਆਪਣੇ ਬੱਚਿਆਂ ਨੂੰ, ਕੁੱਤੇ ਨੂੰ ਤੇ ਬਿੱਲੀ ਨੂੰ ਉੱਥੋਂ ਦੀ ਬਾਹਰ ਕੱਢ ਲਿਆ। Kids were getting on to the catamaran, ਤਾਂ ਬੱਚੇ ਫਟਾਫਟ ਬੇੜੀ ਦੇ ਵਿੱਚ ਚੜਨ ਲੱਗੇ, ਕਿਸ਼ਤੀ ਦੇ ਵਿੱਚ ਚੜਨ ਲੱਗੇ। Chenna cha puhe, Chenna heard someone shouting from the west. ਵੈਸਟ ਵਾਲੇ ਪਾਸਿਓਂ ਕਿਸੇ ਨੇ ਉੱਚੀ ਆਵਾਜ਼ ਦੇ ਵਿੱਚ ਛੇਨਾ ਦਾ ਨਾਮ ਲਿਆ ਤੇ ਉਹਨੂੰ ਪੁਕਾਰਿਆ। He turned around, ਤੇ ਉਹਨੇ ਮੁੜ ਕੇ ਦੇਖਿਆ ਮੈਨੂੰ ਕੌਣ ਬੁਲਾ ਰਿਹਾ। Come on here, ਇੱਧਰ ਨੂੰ ਆ ਜਾ। It was Medyadhara Kunhappa calling from his rooftop. ਤਾਂ ਆਪਣੀ ਛੱਤ ਤੋਂ ਕੋਈ ਆਵਾਜ਼ ਦੇ ਰਿਹਾ ਸੀ, ਜੋ ਕੋਈ ਆਵਾਜ਼ ਦੇ ਰਿਹਾ ਸੀ ਉਹਦਾ ਨਾਮ ਲਿਖਿਆ ਹੋਇਆ ਬੇਟਾ Medyadhara Kunhappa. Chenna's wife also got onto the catamaran. ਚੈਨਾ ਦੀ ਵਾਈਫ ਵੀ ਬੇੜੀ ਦੇ ਵਿੱਚ ਚੜ ਚੁੱਕੀ ਸੀ। So did the cat, ਕੈਟ ਵੀ ਬੇੜੀ ਦੇ ਵਿੱਚ ਸੀ। No one took notice of the dog who was still sniffing around in one corner of the hut. ਪਰ ਕਿਸੇ ਨੇ ਵੀ ਡੌਗ ਦਾ ਧਿਆਨ ਨਹੀਂ ਕੀਤਾ ਹੈਗਾ। ਡੌਗ ਪਤਾ ਨਹੀਂ ਝੌਂਪੜੀ ਦੇ ਇੱਕ ਪਾਸੇ ਕਿਸੇ ਕਾਰਨਰ ਦੇ ਵਿੱਚ ਸਨਿਫਿੰਗ ਹੁੰਦਾ ਬੇਟੇ ਸੁੰਘਣਾ, ਜਿਵੇਂ ਆਪਾਂ ਦੇਖਿਆ ਕਿ ਕੁੱਤੇ ਕੁਝ ਨਾ ਕੁਝ ਸੁੰਘਦੇ ਰਹਿੰਦੇ ਨੇ, that thing is called ਬੇਟਾ sniffing. Catamaran started moving. ਕੈਟਾਮੈਰਨ ਨੇ ਚੱਲਣਾ ਸ਼ੁਰੂ ਕਰਤਾ, ਕਿਸ਼ਤੀ ਚੱਲ ਪਈ। Now it was in mid water again. ਕਿਸ਼ਤੀ ਫੇਰ ਹੱਟ ਤੋਂ ਦੂਰ, ਝੌਂਪੜੀ ਤੋਂ ਦੂਰ ਪਾਣੀ ਦੇ ਵਿਚਕਾਰ ਆ ਚੁੱਕੀ ਸੀ। ਤਾਂ ਇਹਦਾ ਮਤਲਬ ਕੀ ਹੈ ਬੇਟੇ? ਡੌਗ ਜਿਹੜਾ ਸੀਗਾ ਇੱਕ ਕਾਰਨਰ ਦੇ ਵਿੱਚ ਹੀ ਕੁਝ ਸੁੰਘਦਾ ਰਹਿ ਗਿਆ, ਕਿਸੇ ਦਾ ਧਿਆਨ ਵੀ ਨਹੀਂ ਗਿਆ, ਕਿਉਂਕਿ ਬੇਟੇ ਅਜਿਹੇ ਸਮੇਂ ਦੇ ਉੱਪਰ ਹਰ ਇੱਕ ਨੂੰ ਆਪਣੀ ਜਾਨ ਬਚਾਉਣ ਦੀ ਕਾਹਲੀ ਹੁੰਦੀ ਹੈ, ਰਾਈਟ। ਤਾਂ ਜਿਹੜੇ ਉਹ ਕਿਸ਼ਤੀ ਲੈ ਕੇ ਵੀ ਆਏ ਹੈਗੇ ਨੇ ਉਹਨਾਂ ਨੂੰ ਵੀ ਇਹ ਕਿ ਫਟਾਫਟ ਲੋਕਾਂ ਨੂੰ ਇੱਥੋਂ ਕੱਢਿਆ ਜਾਵੇ, ਠੀਕ ਹੈ। So nobody took notice of the dog and dog was left behind. Dog ਉੱਥੇ ਹੀ ਰਹਿ ਗਿਆ। Heavy rain started again. ਫਿਰ ਤੋਂ ਬਾਰਿਸ਼ ਹੋਣ ਲੱਗੀ। By then his master had reached Ambala Pocha at night. ਦੁਬਾਰਾ ਬਾਰਿਸ਼ ਹੋਣੀ ਸ਼ੁਰੂ ਹੋ ਗਈ, ਤੇ ਜਦੋਂ ਦੁਬਾਰਾ ਬਾਰਿਸ਼ ਹੋਣੀ ਸ਼ੁਰੂ ਹੋਈ ਉਦੋਂ ਤੱਕ ਉਹਦਾ ਮਾਲਿਕ, ਕਿਹਦਾ ਮਾਲਿਕ ਬੇਟੇ? ਡੌਗ ਦਾ ਜਿਹੜਾ ਮਾਲਿਕ ਸੀਗਾ ਉਹ ਤਾਂ ਅੰਬਾਲਾ ਪੋਚਾ, ਕਿਸ ਜਗ੍ਹਾ ਦਾ ਨਾਮ ਹੈ ਬੇਟੇ, ਉੱਥੇ ਪਹੁੰਚ ਚੁੱਕਿਆ ਸੀ। A huge crocodile came near the house. ਹੁਣ ਬੇਟੇ ਕਿਉਂਕਿ ਪਾਣੀ ਹੈ, ਪਾਣੀ ਦੇ ਵਿੱਚ ਹਰ ਤਰ੍ਹਾਂ ਦੇ ਜਾਨਵਰ ਆਉਣਗੇ, ਤਾਂ ਇੱਕ ਵੱਡਾ crocodile ਸਮਝਦੇ ਹੋ, ਮਗਰਮੱਛ ਘਰ ਦੇ ਨੇੜੇ ਆ ਗਿਆ। The dog lowered his tail in fear and started barking.
ਤਾਂ ਡੌਗ ਡਰ ਗਿਆ, ਡਰ ਦੇ ਨਾਲ ਉਹਨੇ ਭੌਂਕਣਾ ਸ਼ੁਰੂ ਕਰਤਾ, ਬਟ ਦ crocodile just went away। crocodile ਨੇ ਉਹਨੂੰ ਕੁਝ ਨਹੀਂ ਕਿਹਾ, ਪਰਾਂ ਨੂੰ ਚਲਾ ਗਿਆ। hungry dog howled from rooftop looking out into the dark and cloudy sky। ਕੁੱਤਾ ਭੁੱਖਾ ਸੀ, ਉਹ ਘਰ ਦੀ ਛੱਤ ਦੇ ਉੱਪਰ ਖੜਿਆ ਗਾ, ਹਨੇਰੇ ਦੇ ਵਿੱਚ ਤੇ ਬੱਦਲਾਂ ਭਰੇ ਅਸਮਾਨ ਨੂੰ ਦੇਖ ਦੇਖ ਕੇ ਉਹ ਹਾਊਲਿੰਗ ਹੁੰਦਾ ਬੇਟੇ, ਜਿੱਦਾਂ ਤੁਸੀਂ ਰਾਤ ਨੂੰ ਸੁਣਿਆ ਹੋਣਾ ਹੈਗਾ, ਕੁੱਤੇ ਭੌਂਕਦੇ ਨਹੀਂ, ਕਈ ਵਾਰੀ ਜਿਹਨੂੰ ਆਪਾਂ ਕਹਿੰਦੇ ਨਾ ਕੁੱਤੇ ਰੋਣ ਲੱਗ ਪੈਂਦੇ ਨੇ, ਰਾਈਟ, ਹੀ ਵਾਜ਼ ਮੇਕਿੰਗ ਸੱਚ ਨੋਇਸਿਸ, ਉਹਨੂੰ ਹਾਊਲਿੰਗ ਕਿਹਾ ਜਾਂਦਾ ਹੈਗਾ। ਹਿਸ ਕ੍ਰਾਈਜ਼ ਰੀਚਡ ਪਲੇਸਿਸ ਫਾਰ ਆਫ, ਤੇ ਜਿਵੇਂ ਉਹ ਚੀਕ ਰਿਹਾ ਸੀ, ਰੋ ਰਿਹਾ ਸੀ, ਉਹਦੀ ਆਵਾਜ਼ ਦੂਰ ਦੂਰ ਪਹੁੰਚ ਰਹੀ ਸੀ। ਐਂਡ ਦੋਜ਼ ਹੂ ਵਰ ਸਟਿਲ ਗਾਰਡਿੰਗ देयर ਹਾਊਸਸ ਮਸਟ ਹੈਵ ਸੈਡ, ਤੇ ਦੂਰ ਨੇੜੇ ਜਿੱਥੇ ਵੀ ਕਿਤੇ ਹਾਲੇ ਕੋਈ ਲੋਕ ਸੀ ਆਪਣੇ ਘਰ ਦੀ ਰਖਵਾਲੀ ਕਰਨ ਦੇ ਲਈ ਰੁਕੇ ਹੋਏ ਸੀ, ਉਹ ਕਹਿ ਰਹੇ ਸੀ, ਆਓ a dog is left alone on the house top, ਤੇ ਉਹ ਕਹਿ ਰਹੇ ਸੀ, ਕਹਿੰਦੇ ਇੱਕ ਕੋਈ ਕੁੱਤਾ ਵਿਚਾਰਾ ਸ਼ਾਇਦ ਇਕੱਲਾ ਰਹਿ ਗਿਆ ਕਿਸੇ ਘਰ ਦੀ ਛੱਤ ਦੇ ਉੱਪਰ। the dog cried out continuously for a long time, ਕਾਫੀ ਲੰਬਾ ਸਮਾਂ ਕੁੱਤਾ ਰੋਂਦਾ ਰਿਹਾ ਲਗਾਤਾਰ। then he was too tired to cry, ਫਿਰ ਉਹ ਇੰਨਾ ਥੱਕ ਗਿਆ ਕਿ ਉਹ ਰੋਇਆ ਵੀ ਨਹੀਂ ਗਿਆ। from some house in the north a man was chanting the Ramayana, ਨਾਰਥ ਵਾਲੇ ਪਾਸੇ ਕਿਸੇ ਘਰ ਦੇ ਵਿੱਚ ਕੋਈ ਆਦਮੀ ਰਾਮਾਇਣ ਦਾ ਪਾਠ ਕਰ ਰਿਹਾ ਸੀ। For some time the dog turned toward the sound as if he was listening to the chant। ਕੁਝ ਸਮਾਂ ਡੌਗ ਉਧਰ ਵੱਲ ਨੂੰ ਦੇਖਦਾ ਰਿਹਾ ਜਿੱਧਰੋਂ ਆਵਾਜ਼ ਆ ਰਹੀ ਸੀ, ਜਿਵੇਂ ਉਹ ਪਾਠ ਸੁਣ ਰਿਹਾ ਹੋਵੇ। Again he started crying, ਥੋੜੀ ਦੇਰ ਬਾਅਦ ਉਹਨੇ ਫਿਰ ਰੋਣਾ ਸ਼ੁਰੂ ਕਰਤਾ। Soon nothing could be heard except the roar of the wind and the sound of the waves। ਉਸ ਤੋਂ ਬਾਅਦ ਉਹ ਫਿਰ ਚੁੱਪ ਕਰ ਗਿਆ, ਹੁਣ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ। ਹਨੇਰੀ ਰਾਤ ਸੀ ਔਰ ਚਾਰੇ ਪਾਸੇ ਸ਼ੋਰ ਸੀਗਾ ਹਵਾ ਦਾ ਬੇਟੇ, ਤੇ ਜਿਹੜੀਆਂ ਲਹਿਰਾਂ ਸੀਗੀਆਂ ਇੱਕ ਦੂਜੇ ਨਾਲ ਟਕਰਾ ਰਹੀਆਂ ਸੀ, ਉਹਨਾਂ ਦਾ ਸ਼ੋਰ ਸੀ। ਇਟ ਵਾਜ਼ ਅਰਲੀ ਮਾਰਨਿੰਗ ਸੀ। ਦ ਡੌਗ ਸਟਾਰਟਡ ਗਰੋਨਿੰਗ, ਡੌਗ ਨੇ ਹੁਣ ਫਿਰ ਰੋਣਾ ਸ਼ੁਰੂ ਕਰਤਾ। ਗਰੋਨਿੰਗ ਹੁੰਦਾ ਬੇਟੇ ਜਦੋਂ ਹੁਣ ਤਕਲੀਫ ਦੇ ਵਿੱਚ, ਠੀਕ ਹੈ, ਪਹਿਲਾਂ ਦੁੱਖ ਚ ਰੋ ਰਿਹਾ, ਹੁਣ ਉਹ ਤਕਲੀਫ ਦੇ ਵਿੱਚ। ਗਰੋਨਿੰਗ ਐਕਸਪ੍ਰੈਸ਼ਨ ਹੈਗਾ ਬੇਟਾ, ਗਰੋਨਿੰਗ ਇਜ਼ ਅ ਵਰਡ ਦੈਟ ਇਜ਼ ਯੂਜ਼ਡ ਵੈਨ ਵੀ ਕਰਾਈ ਇਨ ਪੇਨ, ਜਦੋਂ ਅਸੀਂ ਤਕਲੀਫ ਦੇ ਵਿੱਚ ਰੋਂਦੇ ਹੋਈਏ ਤਾਂ ਉਹਨੂੰ ਗਰੋਨਿੰਗ ਕਿਹਾ ਜਾਂਦਾ ਹੈਗਾ। ਫਰੌਗ ਸਟਾਰਟਡ ਲੁਕਿੰਗ ਐਟ ਹਿਮ ਅਮੇਜ਼ਡ, ਜਿਸ ਹਿਸਾਬ ਨਾਲ ਕੁੱਤਾ ਰੋ ਰਿਹਾ ਸੀ, ਚੀਕ ਰਿਹਾ ਸੀ, ਡੱਡੂਆਂ ਨੇ ਵੀ ਉਹਦੇ ਵੱਲ ਦੇਖਣਾ ਸ਼ੁਰੂ ਕਰਤਾ। ਹੀ ਲੁਕਡ ਐਟ ਦ ਥੈਚਡ ਰੂਫਸ, ਡੌਗ ਦੇਖ ਰਿਹਾ ਸੀਗਾ ਟੁੱਟੀਆਂ ਹੋਈਆਂ ਛੱਤਾਂ ਦੇ ਵੱਲ। ਦੇ ਵਰ ਹਿਜ਼ ਓਨਲੀ ਹੋਪ, ਉਹਨੂੰ ਕੋਈ ਨਾ ਕੋਈ ਉਹਨੂੰ ਉਮੀਦ ਸੀ ਕਿ ਸ਼ਾਇਦ ਕਿਤੋਂ ਕੋਈ ਹੈਲਪਿੰਗ ਹੈਂਡ ਆਏਗਾ। ਨੋ ਫਾਇਰ ਬਰਨਡ ਐਨੀਵੇਅਰ, ਪਰ ਕਿਤੇ ਵੀ ਕੋਈ ਅੱਗ ਨਹੀਂ ਸੀ ਬਲ ਰਹੀ। ਫਲੀਜ਼ ਬਿਟ ਹਿਮ, ਮੱਖੀਆਂ ਉਹਨੂੰ ਕੱਟ ਰਹੀਆਂ ਸੀ। ਹੀ ਡਰੋਵ ਦੈਮ ਅਵੇ ਵਿਦ ਹਿਜ਼ ਪੌਜ਼, ਤੇ ਉਹ ਆਪਣੇ ਪੰਜਿਆਂ ਦੇ ਨਾਲ ਮੱਖੀਆਂ ਨੂੰ ਉਡਾ ਰਿਹਾ ਸੀ। The sun shone for some time, ਕੁਝ ਸਮੇਂ ਦੇ ਲਈ ਸੂਰਜ ਚਮਕਿਆ। He dozed off in the sunlight, ਸੂਰਜ ਦੀ ਰੋਸ਼ਨੀ ਚ ਉਹਨੂੰ ਨੀਂਦ ਆ ਗਈ, ਝਪਕੀ ਆ ਗਈ। dozed off ਹੁੰਦਾ ਬੇਟੇ ਹਲਕੀ ਜਿਹੀ ਝਪਕੀ ਲੈਣਾ, 5-10 ਮਿੰਟ ਸੌ ਜਾਣਾ। He jumped and barked when he saw the shadow of the banana leaf on the rooftop, ਤੇ ਉਹਨੂੰ ਛੱਤ ਦੇ ਉੱਪਰ ਬੇਟੇ ਬਨਾਨਾ ਲੀਵਸ, ਕੇਲੇ ਦੇ ਪੱਤਿਆਂ ਦੀ ਛਾਂ ਦਿਖਾਈ ਦਿੱਤੀ। ਛਾਂ ਨੂੰ ਦੇਖ ਕੇ ਉਹ ਡਰ ਗਿਆ, ਉਹਨੇ ਭੌਂਕਣਾ ਸ਼ੁਰੂ ਕਰ। then the clouds appeared, ਫਿਰ ਬੱਦਲ ਹੋ ਗਏ। it was dark once more, ਫਿਰ ਹਨੇਰਾ ਹੋ ਗਿਆ। wind stirred the water, ਹਵਾ ਦੇ ਨਾਲ ਪਾਣੀ ਜਿਹੜਾ ਸੀਗਾ, ਪਾਣੀ 'ਚ ਹਿਲਜੁਲ ਹੋਈ। carcasses of animals floated around in the waves, carcass ਹੁੰਦਾ ਬੇਟਾ dead body of the animals, carcass dead body of the animal, ਜਾਨਵਰਾਂ ਦੇ ਜਿਹੜੇ ਮ੍ਰਿਤਕ ਸਰੀਰ ਸੀ, ਠੀਕ ਹੈ, ਉਹਨਾਂ ਦੇ ਜਿਹੜੇ ਮੁਰਦਾ ਜਿਸਮ ਸੀ, ਉਹ ਪਾਣੀ ਦੇ ਉੱਪਰ ਤੈਰ ਰਹੇ ਸੀ। ਡੌਗ ਲੁਕਡ ਐਟ them longingly, ਤੇ ਕੁੱਤਾ ਬੜੇ ਧਿਆਨ ਨਾਲ ਉਹਨਾਂ ਵੱਲ ਨੂੰ ਦੇਖੀ ਜਾ ਰਿਹਾ ਸੀ। A small boat was moving fast a little away from the house, ਘਰ ਦੇ ਨੇੜਿਓਂ ਇੱਕ ਛੋਟੀ ਬੋਟ ਬੜੀ ਤੇਜ਼ੀ ਦੇ ਨਾਲ ਲੰਘ ਰਹੀ ਸੀ। Dog saw it, stood up, wagging his tail, ਕੁੱਤੇ ਨੇ ਬੋਟ ਨੂੰ ਦੇਖਿਆ, ਉਹ ਖੜਾ ਹੋ ਗਿਆ ਤੇ ਉਹਨੇ ਆਪਣੀ ਪੂਛ ਨੂੰ ਹਿਲਾਉਣਾ ਸ਼ੁਰੂ ਕਰਤਾ। He watched till it disappeared, ਪਰ ਕੋਈ ਹੈਲਪ ਨਹੀਂ ਆਈ ਹੈਗੀ, ਠੀਕ ਹੈ। ਔਰ ਜਿੰਨਾ ਚਿਰ ਜਿਹੜੀ ਇਹ ਬੋਟ ਸੀ ਅਲੋਪ ਨਹੀਂ ਹੋ ਗਈ, ਉਹਨਾਂ ਚਿਰ ਉਹ ਦੇਖੀ ਗਿਆ। ਇਟ ਸਟਾਰਟਡ ਡ੍ਰਿਜ਼ਲਿੰਗ ਅਗੇਨ, ਫਿਰ ਤੋਂ ਬਾਰਿਸ਼ ਸ਼ੁਰੂ ਹੋ ਗਈ। ਡ੍ਰਿਜ਼ਲਿੰਗ ਬੇਟੇ ਬੂੰਦਾਬਾਂਦੀ, ਹਲਕੀ ਬਾਰਿਸ਼ ਸ਼ੁਰੂ ਹੋ ਗਈ। ਡੌਗ ਸਟੂਡ ਔਨ ਹਿਜ਼ ਹਿੰਡ ਲੈਗਸ, ਕੁੱਤਾ ਆਪਣੀਆਂ ਮੂਹਰਲੀਆਂ ਲੱਤਾਂ ਦੇ ਉੱਪਰ ਖੜਾ ਸੀ, ਅਗਲੀਆਂ ਲੱਤਾਂ ਦੇ ਉੱਪਰ ਖੜਾ ਸੀ। ਹੀ ਲੁਕਡ ਹੈਲਪਲੈਸ, ਉਹ ਬਿਲਕੁਲ ਹੈਲਪਲੈਸ ਦਿਖਾਈ ਦੇ ਰਿਹਾ ਸੀ, ਕੋਈ ਉਹਦੀ ਹੈਲਪ ਨਹੀਂ ਸੀ ਕਰ ਰਿਹਾ। ਦ ਡ੍ਰਿਜ਼ਲ ਸਟਾਪਡ, ਬਾਰਿਸ਼ ਬੰਦ ਹੋ ਗਈ। A small boat came from the house in the north and stopped at the coconut tree, ਇੱਕ ਛੋਟੀ ਜਿਹੀ ਬੋਟ ਨਾਰਥ ਵਾਲੇ ਪਾਸਿਓਂ ਆਈ ਤੇ ਕੋਕੋਨਟ ਟਰੀ ਦੇ ਕੋਲ ਖੜੀ ਹੋ ਗਈ। The dog wagged his tail and made noises, ਕੁੱਤੇ ਨੇ ਫਿਰ ਆਪਣੀ ਪੂਛ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ ਤੇ ਉਹਨੇ ਹਲਕੀਆਂ ਹਲਕੀਆਂ ਆਵਾਜ਼ਾਂ, ਜਿਵੇਂ ਤੁਸੀਂ ਦੇਖਿਆ ਹੋਣਾ ਬੇਟੇ ਕੁੱਤੇ ਜਦੋਂ ਲਾਡ ਕਰਦੇ ਨੇਗੇ, ਹੈ ਨਾ, ਉਹ ਆਪਣੀ ਪੂਛ ਹਿਲਾਉਂਦੇ ਨੇ ਔਰ ਕੁਰਕੁਰ ਦੀ ਆਵਾਜ਼ ਕਰਦੇ ਨੇਗੇ।
Boatman picked up a coconut from the tree. ਹੁਣ ਜਿਹੜਾ ਇਹ ਕਿਸ਼ਤੀ ਦੇ ਵਿੱਚ ਕੋਈ ਆਦਮੀ ਸੀ, ਉਹਨੇ ਦਰਖਤ ਤੋਂ, ਜਿਹੜਾ ਵੀ ਟਰੀ ਸੀਗਾ, ਟਰੀ ਤੋਂ ਕੋਕੋਨਟ ਉਤਾਰ ਲਿਆ, ਨਾਰੀਅਲ ਤੋੜ ਲਿਆ, broke it, ਇਹਨੂੰ ਤੋੜਿਆ, ਨਾਰੀਅਲ ਨੂੰ ਤੋੜ ਲਿਆ, ਭੰਨ ਲਿਆ, drank its juice, ਤੇ ਇਹਦਾ ਪਾਣੀ ਪੀ ਗਿਆ। then he rowed off, ਫਿਰ ਉਹਨੇ ਆਪਣੀ ਕਿਸ਼ਤੀ ਚਲਾਉਣੀ ਸ਼ੁਰੂ ਕਰ ਦਿੱਤੀ। A crow sitting on a tree at a distance flew down on the carcass of a huge bull. ਇੱਕ crow ਇੱਕ ਟਰੀ ਦੇ ਉੱਪਰ ਬੈਠਾ ਸੀ ਥੋੜੀ ਦੂਰੀ ਤੇ, ਉਹ ਇੱਕ ਤੈਰਦੇ ਜਾਂਦੇ ਜਿਹੜਾ ਇੱਕ ਸੀ ਬੁੱਲ ਸੀ ਬੇਟੇ, ਬੁੱਲ ਕੀ ਹੁੰਦਾ ਹੈਗਾ, ਔਕਸ, ਇੱਕ ਬੈਲ ਦੇ ਡੈਡ ਬੋਡੀ ਦੇ ਉੱਪਰ ਆ ਕੇ ਬੈਠ ਗਿਆ। even as the dog was barking at it, the crow started eating the flesh of the dead animal. ਕੁੱਤਾ ਉਹਨੂੰ ਦੇਖ ਕੇ ਭੌਂਕਣ ਲੱਗ ਪਏ, ਡੌਗ ਨੇ ਭੌਂਕਣਾ ਸ਼ੁਰੂ ਕਰਤਾ, ਪਰ ਕਰੋ ਨੂੰ ਕੋਈ ਪਰਵਾਹ ਨਹੀਂ ਸੀ, ਉਹ ਬੜੇ ਆਰਾਮ ਨਾਲ ਉਸ ਮਰੇ ਹੋਏ ਜਾਨਵਰ ਦਾ ਮਾਸ ਖਾਂਦਾ ਰਿਹਾ। it took no notice of the dog. after some time it flew away. ਇਹਨੇ ਕੁੱਤੇ ਵੱਲ ਕੋਈ ਧਿਆਨ ਨਹੀਂ ਦਿੱਤਾ ਕਰੋ ਨੇ, ਤੇ ਥੋੜੀ ਦੇਰ ਬਾਅਦ ਉੱਡ ਗਿਆ। in the afternoon two men came that way in a small boat. ਦੁਪਹਿਰ ਦੇ ਸਮੇਂ ਦੋ ਆਦਮੀ ਇੱਕ ਛੋਟੀ ਕਿਸ਼ਤੀ ਲੈ ਕੇ ਆਏ। the dog barked gratefully and wagged his tail. ਕੁੱਤੇ ਨੇ ਜਿੱਦਾਂ ਮਤਲਬ ਵੈਲਕਮ ਕਰ ਰਿਹਾ ਹੋਵੇ ਐਦਾਂ ਉਹ ਭੌਂਕਿਆ ਤੇ ਆਪਣੀ ਪੂਛ ਲਹਿਰਾਈ। he wanted to get into the boat, ਕਿਉਂਕਿ ਉਹ ਕਿਸ਼ਤੀ ਦੇ ਵਿੱਚ ਚੜ੍ਹਨਾ ਚਾਹੁੰਦਾ ਸੀਗਾ, ਉਹ ਚਾਹੁੰਦਾ ਸੀ ਕਿਸ਼ਤੀ ਦੇ ਵਿੱਚ ਛਾਲ ਮਾਰ ਕੇ ਬੈਠ ਜਾਵਾਂ। see there is a dog, said one of them. ਇੱਕ ਨੇ ਕਿਹਾ, ਕਿਸ਼ਤੀ ਦੇ ਵਿੱਚ ਦੋ ਜਣੇ ਬੈਠੇ ਨੇਗੇ, ਕਹਿੰਦਾ ਦੇਖ, ਕਹਿੰਦਾ ਇੱਕ ਕੁੱਤਾ ਹੈਗਾ ਉੱਥੇ। the dog moaned, ਕੁੱਤਾ ਰੋਇਆ। let it be there, said the other. ਕੋਈ ਗੱਲ ਨਹੀਂ, ਕਹਿੰਦਾ ਰਹਿਣ ਦੇ, let it be there, ਇਹਨੂੰ ਉੱਥੇ ਹੀ ਰਹਿਣ ਦੇ, ਆਪਾਂ ਕੀ ਕਰਾਉਣਾ ਡੌਗ ਤੋਂ। dog opened his mouth and groaned. ਕੁੱਤੇ ਨੇ ਆਪਣਾ ਮੂੰਹ ਖੋਲਿਆ, ਫਿਰ ਰੋਣ ਲੱਗ ਪਿਆ। he tried to jump into the boat. ਉਹਨੇ ਬੋਟ ਦੇ ਵਿੱਚ ਛਾਲ ਮਾਰਨ ਦੀ ਵੀ ਕੋਸ਼ਿਸ਼ ਕੀਤੀ, but the boat moved off. ਪਰ ਬੋਟ ਪਰਾਂ ਨੂੰ ਚਲੀ ਗਈ। dog groaned once again. ਕੁੱਤਾ ਫਿਰ ਤਕਲੀਫ ਦੇ ਵਿੱਚ ਚਿল্লাਇਆ। one of the boatmen turned back. ਇੱਕ ਜਿਹੜਾ ਬੋਟਮੈਨ ਸੀਗਾ ਉਹ ਪਿੱਛੇ ਵੱਲ ਨੂੰ ਮੁੜਿਆ। Oh, the cry came not from the boatman, it was from the dog. ਤੇ ਉਸ ਤੋਂ ਬਾਅਦ ਇੱਕ ਆਓ ਏਦਾਂ ਬੇਟੇ ਚੀਕ ਦੀ ਆਵਾਜ਼ ਆਈ ਹੈ, ਪਰ ਇਹ ਆਵਾਜ਼ ਬੋਟਮੈਨ ਦੀ ਨਹੀਂ ਸੀਗੀ, ਇਹ ਕੁੱਤੇ ਦੀ ਹੀ ਆਵਾਜ਼ ਸੀ, ਕਿਉਂਕਿ ਕੁੱਤੇ ਨੂੰ ਬੋਟ ਵਾਲੇ ਲੈ ਕੇ ਨਹੀਂ ਗਏ ਤੇ ਉਹ ਤਕਲੀਫ ਦੇ ਵਿੱਚ ਫਿਰ ਰੋ ਰਿਹਾ। There was nothing to be heard after that except the sounds of the waves. ਉਸ ਤੋਂ ਬਾਅਦ ਕੁਝ ਵੀ ਸੁਣਾਈ ਨਹੀਂ ਦਿੱਤਾ, ਸਿਰਫ ਜੋ ਲਹਿਰਾਂ ਦੀਆਂ ਆਵਾਜ਼ਾਂ ਨੇ ਉਹ ਆ ਰਹੀਆਂ ਨੇ। no one turned back thereafter. ਕੋਈ ਵਾਪਸ ਮੁੜ ਕੇ ਨਹੀਂ ਆਇਆ। only the dog stayed. ਸਿਰਫ ਕੁੱਤਾ ਹੀ ਉੱਥੇ ਸੀ, looking at the boat till it disappeared. ਔਰ ਉਹ ਬੋਟ ਵੱਲ ਨੂੰ ਦੇਖਦਾ ਰਿਹਾ ਜਿੰਨਾ ਚਿਰ ਕਿ ਬੋਟ ਡਿਸਅਪੀਅਰ ਨਹੀਂ ਹੋ ਗਈ। ਡਿਸਅਪੀਅਰ ਹੁੰਦੀ ਹੈ ਬੇਟੇ ਅੱਖਾਂ ਤੋਂ ਓਲੇ ਹੋ ਜਾਣਾ, ਅਲੋਪ ਹੋ ਜਾਣਾ। he climbed onto the roof once again. ਉਹ ਫਿਰ ਝੋਪੜੀ ਦੀ ਛੱਤ ਦੇ ਉੱਪਰ ਚੜ ਗਿਆ, growling as if bidding farewell to the world. ਤੇ ਹੁਣ ਉਹ ਏਦਾਂ ਰੋ ਰਿਹਾ ਹੈਗਾ ਜਿਵੇਂ ਦੁਨੀਆ ਨੂੰ ਆਖਰੀ ਵਾਰ ਅਲਵਿਦਾ ਕਹਿ ਰਿਹਾ ਹੋਵੇ। bidding farewell, farewell ਹੁੰਦਾ ਹੈਗਾ ਬੇਟੇ ਅਲਵਿਦਾ ਕਹਿਣਾ। perhaps he was trying to say that never again he would love a human being. ਸ਼ਾਇਦ ਵਿਚਾਰਾ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਿ ਮੈਂ ਅੱਜ ਤੋਂ ਬਾਅਦ ਕਦੇ ਕਿਸੇ ਮਨੁੱਖ ਨੂੰ ਪਿਆਰ ਨਹੀਂ ਕਰਾਂਗਾ, ਕਿਉਂਕਿ ਉਹ ਬੇਟੇ ਜਿੰਨਾ ਚਿਰ ਦੇਖੋ ਨਾਲ ਰਹਿ ਰਿਹਾ ਸੀਗਾ ਛੈਨਾ ਦੇ, ਉਹਦੇ ਪਰਿਵਾਰ ਦੇ ਨਾਲ ਸੀ, ਉਹਦੇ ਪਰਿਵਾਰ ਦੀ ਰਾਖੀ ਕਰ ਰਿਹਾ ਸੀ, ਉਹਦੀਆਂ ਫਸਲਾਂ ਦੀ ਰਾਖੀ ਸਭ ਕੁਝ ਕਰ ਰਿਹਾ ਸੀਗਾ, ਪਰ ਜਦੋਂ ਘਰ ਛੱਡ ਕੇ ਗਏ ਉਹਨਾਂ ਨੂੰ ਕਿਸੇ ਨੂੰ ਪਰਵਾਹ ਵੀ ਨਹੀਂ ਸੀਗੀ। ਤਾਂ ਸ਼ਾਇਦ ਇੱਕ ਰਾਈਟਰ ਦਾ ਇਹ ਖਿਆਲ ਹੈਗਾ, ਜਿਹਨੇ ਸਟੋਰੀ ਲਿਖੀ ਉਹਦਾ ਇਹ ਖਿਆਲ ਹੈ ਕਿ ਸ਼ਾਇਦ ਉਹ ਵਿਚਾਰਾ ਹੁਣ ਆਖਰੀ ਵਾਰ ਦੁਨੀਆ ਨੂੰ ਇਹ ਕਹਿ ਰਿਹਾ ਹੈਗਾ, ਅਲਵਿਦਾ ਕਹਿ ਰਿਹਾ ਹੈਗਾ, ਤੇ ਕਹਿ ਰਿਹਾ ਕਿ ਮੈਂ ਅੱਜ ਤੋਂ ਬਾਅਦ ਕਿਸੇ ਇਨਸਾਨ ਨੂੰ ਪਿਆਰ ਨਹੀਂ ਕਰਾਂਗਾ। The night was terrible with rain and storm. ਉਹ ਰਾਤ ਬੜੀ ਭਿਆਨਕ ਸੀ, ਬਾਰਿਸ਼ ਹੋਈ, ਤੂਫਾਨ ਆਇਆ, roof started moving in the waves. ਤਾਂ ਜਿਹੜੀ ਘਰ ਦੀ ਛੱਤ ਸੀ ਉਹਨੂੰ ਉਹ ਵੀ ਲਹਿਰਾਂ ਦੇ ਵਿੱਚ ਵਹਿ ਗਈ। The dog almost fell off the rooftop twice. ਤੇ ਕੁੱਤਾ ਛੱਤ ਤੋਂ ਦੋ ਵਾਰ ਡਿੱਗਦਾ ਡਿੱਗਦਾ ਬਚਿਆ। almost fell ਹੁੰਦਾ ਹੈਗਾ ਬੇਟੇ ਜਦੋਂ ਡਿੱਗ ਜਾਣ ਵਾਲਾ ਹੋਵੇ। then there appeared a long head from under the water. ਤੇ ਫਿਰ ਪਾਣੀ ਦੇ ਵਿੱਚੋਂ ਇੱਕ ਵੱਡਾ ਸਿਰ ਬਾਹਰ ਨਿਕਲਦਾ ਹੋਇਆ ਦਿਖਾਈ ਦਿੱਤਾ। it was that of a crocodile. ਉਹ crocodile ਦਾ ਸਿਰ ਸੀ। the dog started barking in great fear. ਕੁੱਤੇ ਨੇ ਬੜੇ ਡਰ ਦੇ ਨਾਲ ਭੌਂਕਣਾ ਸ਼ੁਰੂ ਕਰਤਾ। there was also the sound of fowls wailing together from somewhere nearby. ਨੇੜੇ ਹੀ ਕਿਸੇ ਹੋਰ ਫਾਰਮ ਦੇ ਵਿੱਚੋਂ ਮੁਰਗੀਆਂ ਦੀ ਆਵਾਜ਼ ਆ ਰਹੀ ਸੀ, ਉਹਨਾਂ ਦੀ ਕੁਐਂ ਕੁਐਂ ਦੀ ਆਵਾਜ਼ ਆ ਰਹੀ। ਫਾਊਲਸ ਬੇਟੇ ਠੀਕ ਹੈ ਪੋਲਟਰੀ ਨੂੰ ਕਿਹਾ ਜਾਂਦਾ ਹੈ। where is the dog barking from? haven't the people here gone away? ਹੁਣ ਇਹ ਕੋਈ ਬੋਲ ਰਿਹਾ ਹੈਗਾ,
कौन बोल रहे हैं? समवन सेड फ्रॉम अ बोट कैरिंग हे कोकोनट्स एंड बनाना। बोट ਦੇ ਵਿੱਚ ਕੋਈ ਘਾਹ ਲੈ ਕੇ, ਨਾਰੀਅਲ ਲੈ ਕੇ ਤੇ ਬਨਾਨਾਸ ਲੈ ਕੇ ਜਾ ਰਹੇ ਹੈ। ਤਾਂ ਮਤਲਬ ਕੀ ਹੈ, ਇਹਨਾਂ ਦੇ ਘਰ ਦੇ ਵਿੱਚੋਂ ਬੇਟਾ ਜੋ ਪਲਾਟ ਦੇ ਵਿੱਚ ਬਨਾਨਾਸ ਲੱਗੇ ਹੋਏ ਸੀ, ਕੋਕੋਨਟ ਜੋ ਹੇ ਸਟੈਕ ਸੀ, ਉਹ ਚੋਰੀ ਹੋ ਗਿਆ ਹੈਗਾ, ਰਾਈਟ। ਕੋਈ ਬੋਟਮੈਨ ਲੈ ਕੇ ਜਾ ਰਹੇ ਹੈਗਾ। ਕਹਿੰਦਾ ਇਹ ਡੌਗ ਕਿੱਥੇ ਭੌਂਕ ਰਿਹਾ ਹੈਗਾ, ਕੀ ਇਹ ਘਰ ਦੇ ਲੋਕ ਹਾਲੇ ਗਏ ਨਹੀਂ ਹੈਗੇ? ਤਾਂ ਇਟ ਮੀਨਸ ਉਹਨਾਂ ਨੂੰ ਅੰਦਰੋਂ ਡਰ ਲੱਗਿਆ ਕਿ ਚੋਰੀ ਤਾਂ ਕਰ ਲਈ ਹੈਗੀ, ਕਿਤੇ ਨਾ ਹੋਵੇ ਕਿ ਘਰ ਦੇ ਲੋਕ ਘਰ ਹੀ ਹੋਣ। Oh, the dog is going to leap down. And then the dog leapt down from the rooftop. ਫਿਰ ਉਹਨਾਂ ਨੇ ਦੇਖਿਆ, ਕਹਿੰਦੇ ਉਹ ਕਹਿੰਦੇ ਡੌਗ ਕਹਿੰਦੇ ਦੇਖੋ ਛਾਲ ਮਾਰਨ ਵਾਲਾ ਹੈਗਾ, ਲੀਪ ਡਾਊਨ ਹੁੰਦਾ ਹੈਗਾ ਬੇਟਾ ਛਲੰਗ ਮਾਰਨਾ। ਤੇ ਡੌਗ ਜਿਹੜਾ ਸੀਗਾ ਉਹਨੇ ਘਰ ਦੀ ਛੱਤ ਤੋਂ ਸੱਚਮੁੱਚ ਛਲੰਗ ਮਾਰ ਦਿੱਤੀ ਸੀ। One of the men got frightened. ਤਾਂ ਬੋਟ ਦੇ ਵਿੱਚ ਇੱਕ ਆਦਮੀ ਇੰਨਾ ਕੁ ਡਰ ਗਿਆ, he fell in the water, ਕਿ ਉਹ ਬੇੜੀ ਦੇ ਵਿੱਚੋਂ ਪਾਣੀ ਦੇ ਵਿੱਚ ਡਿੱਗ ਪਿਆ। But the other man pulled him out. ਪਰ ਦੂਜੇ ਆਦਮੀ ਨੇ ਉਹਨੂੰ ਫਿਰ ਬੇੜੀ ਦੇ ਵਿੱਚ ਖਿੱਚ ਲਿਆ। By then the dog had swum back to the roof. ਇੰਨੀ ਦੇਰ ਤੱਕ ਡੌਗ ਜਿਹੜਾ ਸੀਗਾ ਫਿਰ ਆਪਣੀ ਛੱਤ ਤੱਕ ਤੈਰ ਕੇ ਵਾਪਸ ਪਹੁੰਚ ਚੁੱਕਿਆ ਸੀ, ਕੰਟੀਨਿਊਡ ਪਾਰ ਕੇ, ਠੀਕ ਹੈ। ਤੇ ਉਹਨੇ ਭੌਂਕਦਾ ਰਿਹਾ, ਭੌਂਕਣਾ ਸ਼ੁਰੂ ਰੱਖਿਆ। ਤਾਂ ਮਤਲਬ ਕੀ ਹੈਗਾ ਬੇਟੇ, ਦੇਖੋ ਚਾਹੇ ਉਹ ਛੱਡ ਕੇ ਚਲੇ ਗਏ ਨੇ, ਡੌਗ ਨੂੰ ਵੀ ਪਤਾ ਮੈਂ ਇਕੱਲਾ ਰਹਿ ਗਿਆ, ਪਰ ਫਿਰ ਵੀ ਬੇਟੇ ਉਹ ਘਰ ਦੀ ਰਾਖੀ ਕਰ ਰਿਹਾ ਹੈਗਾ। ਜਦੋਂ ਚੋਰ ਚੋਰੀ ਕਰਨ ਆਏ ਨੇਗੇ ਤਾਂ ਉਹਨਾਂ ਦੇ ਉੱਪਰ ਛਲੰਗ ਮਾਰੀ, ਉਹਨਾਂ ਨੂੰ ਡਰਾਤਾ, ਠੀਕ ਹੈ। ਫਿਰ ਆਪਣੀ ਛੱਤ ਤੇ ਚਲਾ ਗਿਆ, ਫਿਰ ਭੌਂਕਣਾ ਸ਼ੁਰੂ ਕਰਤਾ। The thieves took away all the bananas in the plot. ਚੋਰ ਪਲਾਟ ਦੇ ਵਿਚਲੇ ਸਾਰੇ ਜਿਹੜੇ ਬਨਾਨਾਸ ਸੀਗੇ ਉਹ ਚੋਰੀ ਕਰ ਚੁੱਕੇ ਸੀ। You will be sorry for this later. ਤੇ ਉਹ ਕਹਿੰਦੇ ਨੇ, ਕਹਿੰਦੇ ਕੋਈ ਗੱਲ ਨਹੀਂ, ਇਸ ਚੀਜ਼ ਦੇ ਲਈ ਨਾ, ਜਿਵੇਂ ਤੂੰ ਸਾਡੇ ਤੇ ਛਲੰਗ ਮਾਰੀ ਹੈਗੀ, ਸਾਨੂੰ ਡਰਾਇਆ ਹੈਗਾ, ਇਸ ਲਈ ਤੈਨੂੰ ਪੇ ਕਰਨਾ ਪਏਗਾ। They said to the dog who was barking madly. ਕੁੱਤਾ ਪਾਗਲਾਂ ਦੀ ਤਰ੍ਹਾਂ ਭੌਂਕ ਰਿਹਾ ਸੀਗਾ। ਕਿਉਂ? ਕਿਉਂਕਿ ਉਹਨੂੰ ਪਤਾ ਸੀ ਕਿ ਮੇਰੇ ਮਾਲਕ ਦੇ ਘਰ ਚੋਰੀ ਹੋ ਰਹੀ ਹੈ। Then they loaded the boat with more hay. ਉਹਨਾਂ ਨੇ ਕਿਸ਼ਤੀ ਦੇ ਵਿੱਚ ਹੋਰ ਜਿਹੜਾ ਘਾਹ ਸੀਗਾ ਉਹ ਰੱਖ ਲਿਆ। In the end one of them climbed the rooftop. ਐਂਡ 'ਚ ਕੀ ਕੀਤਾ ਬੇਟੇ, ਦੋਹਾਂ ਚੋਂ ਇੱਕ ਆਦਮੀ ਛੱਤ ਦੇ ਉੱਪਰ ਚੜ ਗਿਆ। The dog bit him hard on the leg. ਕੁੱਤੇ ਨੇ ਬਹੁਤ ਬੁਰੀ ਤਰ੍ਹਾਂ ਉਹਨੂੰ ਲੱਤ ਦੇ ਉੱਪਰ ਕੱਟ ਲਿਆ। He cried in pain. ਤੇ ਉਹ ਆਦਮੀ ਜਿਹੜਾ ਸੀ ਦਰਦ ਦੇ ਨਾਲ ਚੀਕਾਂ ਮਾਰਨ ਲੱਗਿਆ। The other man gave the dog a blow on the belly with a pole. ਦੂਜੇ ਆਦਮੀ ਨੇ ਕੀ ਕੀਤਾ, ਇੱਕ ਡੰਡੇ ਦੇ ਨਾਲ, ਇੱਕ ਪੋਲ ਦੇ ਨਾਲ ਕੁੱਤੇ ਦੇ ਪੇਟ ਦੇ ਵਿੱਚ ਜ਼ੋਰ ਨਾਲ ਡੰਡਾ ਮਾਰਿਆ। ਤਾਂ ਡੌਗ ਵੇਲਡ, ਕੁੱਤਾ ਚਿਲਾਇਆ। Man bitten by the dog was crying in the boat. ਜਿਹੜੇ ਆਦਮੀ ਨੂੰ ਕੁੱਤੇ ਨੇ ਕੱਟਿਆ ਸੀ ਉਹ ਕਿਸ਼ਤੀ ਦੇ ਵਿੱਚ ਬੈਠਾ ਚੀਕ ਰਿਹਾ ਸੀ। Keep quiet, the other man said. ਦੂਜੇ ਨੇ ਉਹਨੂੰ ਚੁੱਪ ਕਰਾ ਦਿੱਤਾ। Both of them left the place. ਦੋਹੇ ਉਸ ਜਗ੍ਹਾ ਤੋਂ ਚਲੇ ਗਏ। It was quite some time before the dog barked again. He was in pain. ਤੇ ਕੁੱਤਾ ਦਰਦ ਦੇ ਵਿੱਚ ਸੀ, ਉਹ ਚਲੇ ਗਏ। ਉਸ ਤੋਂ ਬਾਅਦ ਕੁੱਤੇ ਨੇ ਫਿਰ ਦਰਦ ਦੇ ਨਾਲ ਕਰਾਉਣਾ ਸ਼ੁਰੂ ਕਰ ਦਿੱਤਾ। There was no sound except that of the storm. ਉਸ ਤੋਂ ਬਾਅਦ ਫਿਰ ਸਿਰਫ ਤੂਫਾਨ ਦੀ ਆਵਾਜ਼ ਸੀ ਸਾਰੇ ਪਾਸੇ। No one heard the groan of the dog after that. ਉਸ ਤੋਂ ਬਾਅਦ ਕੁੱਤੇ ਦੇ ਕਰਾਉਣ ਦੀ, ਕੁੱਤੇ ਦੇ ਰੋਣ ਦੀ ਆਵਾਜ਼ ਕਿਸੇ ਨੇ ਨਹੀਂ ਸੁਣੀ। Rotten corpses floated across the water here and there. ਗਲੀਆਂ ਸੜੀਆਂ ਲਾਸ਼ਾਂ ਜਿਹੜੀਆਂ ਸੀ ਉਹ ਇੱਧਰ ਉੱਧਰ ਤੈਰ ਰਹੀਆਂ ਸੀ। Crows were eating them. ਕਾਂ ਇਹਨਾਂ ਲਾਸ਼ਾਂ ਨੂੰ ਖਾ ਰਹੇ ਸੀ। There was no sound at all. ਕੋਈ ਆਵਾਜ਼ ਨਹੀਂ ਸੀ ਆ ਰਹੀ। Thieves were having a nice time. ਸਿਰਫ ਚੋਰਾਂ ਦਾ ਵਧੀਆ ਸਮਾਂ ਚੱਲ ਰਿਹਾ ਸੀ, ਕਿਉਂਕਿ ਘਰ ਲੋਕ ਛੱਡ ਕੇ ਜਾ ਚੁੱਕੇ ਸੀ ਔਰ ਚੋਰ ਉਹਨਾਂ ਘਰਾਂ ਦੇ ਵਿੱਚ ਚੋਰੀਆਂ ਕਰ ਰਹੇ ਸੀ। After some time the hut came down and sank. ਥੋੜੀ ਦੇਰ ਬਾਅਦ ਇਹ ਜਿਹੜੀ ਹੱਟ ਸੀ, ਝੌਂਪੜੀ ਸੀ, ਇਹ ਵੀ ਪਾਣੀ ਦੇ ਵਿੱਚ ਡੁੱਬ ਗਈ, ਡਿੱਗ ਪਈ। Nothing could be seen above the water. ਹੁਣ ਛੱਤ ਵੀ ਦਿਖਾਈ ਨਹੀਂ ਦੇ ਰਹੀ, ਕਿਉਂਕਿ ਝੌਂਪੜੀ ਬੁਰੀ ਤਰ੍ਹਾਂ ਨਾਲ ਟੁੱਟ ਕੇ ਖਤਮ ਹੋ ਚੁੱਕੀ ਹੈ। ਸਾਰੇ ਪਾਸੇ ਪਾਣੀ ਦਿਖਾਈ ਦੇ ਰਿਹਾ ਹੈ। The loyal dog guarded his master's house till the end. ਜੋ ਵਫਾਦਾਰ ਕੁੱਤਾ ਸੀ ਉਹਨੇ ਅਖੀਰ ਤੱਕ ਆਪਣੇ ਮਾਲਕ ਦੇ ਘਰ ਦੀ ਰਖਵਾਲੀ ਕੀਤੀ। Now he too was gone. ਹੁਣ ਤਾਂ ਕੁੱਤਾ ਵੀ ਮਰ ਚੁੱਕਿਆ ਸੀ। The house stayed above the water until the dog was caught by a crocodile. ਘਰ ਉਹਨਾਂ ਚਿਰ ਪਾਣੀ ਦੇ ਵਿੱਚ ਦਿਖਾਈ ਦਿੰਦਾ ਰਿਹਾ ਜਿੰਨਾ ਚਿਰ ਕਿ ਕੁੱਤੇ ਨੂੰ ਇੱਕ crocodile ਨੇ ਆਪਣਾ ਸ਼ਿਕਾਰ ਨਾ ਬਣਾ ਲਿਆ। It was as if the house didn't go down before because of him. ਇਸ ਤਰ੍ਹਾਂ ਲੱਗਦਾ ਸੀਗਾ ਜਿਵੇਂ ਘਰ ਕੁੱਤੇ ਤੋਂ ਪਹਿਲਾਂ ਉਹਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਸੀ। ਜਿਵੇਂ ਹੀ ਕੁੱਤੇ ਨੂੰ crocodile ਨੇ ਆਪਣਾ ਸ਼ਿਕਾਰ ਬਣਾਇਆ, ਨਾਲ ਦੀ ਨਾਲ ਘਰ ਜਿਹੜਾ ਸੀ ਉਹ ਪਾਣੀ ਦੇ ਵਿੱਚ ਵਹਿ ਗਿਆ। Now the flood water was receding. ਹੁਣ ਹੜ੍ਹਾਂ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ। ਛੇਨਾ came back. ਛੇਨਾ ਆਪਣੇ ਘਰ ਵਾਪਸ ਆਇਆ, swimming to his hut in search of the dog. ਉਹ ਕੁੱਤੇ ਨੂੰ ਲੱਭ ਰਿਹਾ ਸੀਗਾ ਆਪਣੀ ਹੱਟ ਦੇ ਵਿੱਚ। ਉਹ ਕੁੱਤੇ ਨੂੰ ਲੱਭਣ ਆਇਆ ਸੀ। He found the body of the dead dog under the coconut tree. ਤਾਂ ਉਹਨੂੰ ਕੀ ਮਿਲਿਆ?
ਆਪਣੇ ਕੁੱਤੇ ਦਾ ਸਿਰਫ ਪਿੰਜਰ ਮਿਲਿਆ ਕੋਕੋਨਟ ਟਰੀ ਦੇ ਨੀਚੇ। He turned it from side to side with his toe and examined it. ਉਹਨੇ ਇੱਕ ਦੂਜੇ ਪਾਸੇ ਆਪਣੇ ਪੈਰ ਦੇ ਨਾਲ ਉਹਨੇ ਹਿਲਾ ਕੇ ਦੇਖਿਆ, ਐਗਜ਼ਾਮਿਨ ਕਰ ਰਿਹਾ ਸੀ। He was not sure if it was his dog. ਉਹਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਇਹ ਮੇਰਾ ਹੀ ਕੁੱਤਾ ਹੈਗਾ। ਮਤਲਬ ਕੀ ਹੈ ਕਿ ਉਹ ਡੈਡ ਬੋਡੀ ਸੀ, ਸਿਰਫ ਕੁੱਤੇ ਦਾ ਪਿੰਜਰ ਸੀ, ਤਾਂ ਉਹ ਯਕੀਨ ਕਰਨਾ ਚਾਹੁੰਦਾ ਸੀ ਕਿ ਇਹ ਮੇਰਾ ਹੀ ਕੁੱਤਾ ਹੈ ਜਾਂ ਨਹੀਂ। One ear was bitten off, ਕਿਉਂਕਿ ਇਸ ਕੁੱਤੇ ਦਾ ਇੱਕ ਕੰਨ ਜਿਹੜਾ ਸੀਗਾ ਉਹ ਖਾਧਾ ਜਾ ਚੁੱਕਿਆ ਸੀ। Color had also changed as the body was all rotten. ਕੁੱਤੇ ਦੀ ਪਹਿਚਾਣ ਨਹੀਂ ਸੀ ਆ ਰਹੀ ਕਿਉਂਕਿ ਇਹਦਾ ਰੰਗ ਬਿਲਕੁਲ ਬਦਲ ਚੁੱਕਿਆ ਸੀਗਾ, ਕਿਉਂਕਿ ਸਾਰੀ ਬੋਡੀ ਜਿਹੜੀ ਸੀ ਪਾਣੀ ਦੇ ਕਾਰਨ ਗਲ ਚੁੱਕੀ ਸੀ। So this was all about the chapter. I hope you all have understood it well. Thank you, students.